ਗੁੱਡ ਮਾਰਨਿੰਗ ਗਾਇਸ, ਵੈਲਕਮ ਟੂ ਬੈਕ ਮਾਈ YouTube ਚੈਨਲ ਪੰਜਾਬ ਕਰੰਟ ਜੋਬ ਦੇ ਵਿੱਚ। ਸੋ ਦੋਸਤੋ, ਇਸ ਕਲਾਸ ਦੇ ਵਿੱਚ ਅੱਜ ਆਪਾਂ 23 ਤੇ 24 ਜੁਲਾਈ ਦੀ ਜੋ ਕਰੰਟ ਅਫੇਅਰ ਹੈ ਇਸ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਆਪਾਂ। ਤੇ ਗਾਇਸ ਆਲ ਐਗਜ਼ਾਮ ਦੇ ਜਿੰਨੇ ਵੀ ਐਗਜ਼ਾਮ ਹੋਣਗੇ ਪੰਜਾਬ ਦੇ ਸਾਰਿਆਂ ਲਈ ਹੈਲਪਫੁਲ ਵੀਡੀਓ ਹੋਏਗੀ। ਤੇ ਵੀਡੀਓ ਨੂੰ ਧਿਆਨ ਨਾਲ ਵੇਖਿਓ ਤੇ ਇਸ ਦੇ ਨਾਲ ਜੋ ਐਕਸਟਰਾ ਜਾਣਕਾਰੀ ਹੋਵੇਗੀ ਉਹ ਵੀ ਆਪਾਂ ਨਾਲ ਡਿਸਕਸ ਕਰਦੇ ਚੱਲਾਂਗੇ ਗਾਇਸ। ਠੀਕ ਹੈ ਗਾਇਸ, ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਤੁਹਾਨੂੰ ਇਸ ਦੀ PDF ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜੇਗੀ। ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜੀ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ। ਠੀਕ ਹੈ, ਤੇ ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ। ਤੇ ਆਓ ਅੱਜ ਦੀ ਕਲਾਸ ਨੂੰ ਆਪਾਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਆਪਣੇ ਕੋਲ, ਆਕਸਫੈਮ ਦੀ ਹੰਗਰ ਵਾਇਰਸ ਮਲਟੀਪਲੈਕਸ ਦੀ ਰਿਪੋਰਟ ਦੇ ਅਨੁਸਾਰ ਦੁਨੀਆ ਵਿੱਚ ਹਰ ਮਿੰਟ ਕਿੰਨੇ ਲੋਕ ਭੁੱਖ ਨਾਲ ਮਰਦੇ ਹਨ। ਸੋ ਆਕਸਫੈਮ ਦੀ ਰਿਪੋਰਟ ਆਈ ਹੈ ਦੀ ਹੰਗਰ ਵਾਇਰਸ ਮਲਟੀਪਲੈਕਸ। ਇਸ ਰਿਪੋਰਟ ਮੁਤਾਬਕ ਦੱਸਣਾ ਹੈ ਕਿ ਦੁਨੀਆ ਦੇ ਵਿੱਚ ਹਰ ਮਿੰਟ ਵਿੱਚ ਕਿੰਨੇ ਲੋਕ ਜੋ ਭੁੱਖ ਨਾਲ ਮਰਦੇ ਨੇ। ਰਾਈਟ ਆਨਸਰ ਆਪਸ਼ਨ ਨੰਬਰ ਡੀ 11 ਪੀਪਲ, ਯਾਨੀ ਕਿ 11 ਲੋਕ ਨੇ ਜੋ ਇਹ ਭੁੱਖ ਦੇ ਨਾਲ ਮਰ ਰਹੇ ਨੇ ਦੁਨੀਆ ਦੇ ਵਿੱਚ। ਇਹ ਰਿਪੋਰਟ ਕੀਤੀ ਗਈ ਹੈ ਦੀ ਹੰਗਰ ਵਾਇਰਸ ਮਲਟੀਪਲੈਕਸ। ਠੀਕ ਹੈ, ਰਿਪੋਰਟ ਦਾ ਨਾਮ ਵੀ ਯਾਦ ਰੱਖਣਾ ਹੈ। ਤੇ 11 ਲੋਕ ਭੁੱਖ ਨਾਲ ਮਰ ਰਹੇ ਨੇ। ਇਸ ਦੇ ਵਿੱਚ ਹੋਰ ਜਾਣਕਾਰੀ ਵੇਖਦੇ ਆਪਾਂ। ਆਕਸਫੈਮ ਦੀ ਹੰਗਰ ਵਾਇਰਸ ਮਲਟੀਪਲੈਕਸ ਦੀ ਰਿਪੋਰਟ ਅਨੁਸਾਰ ਦੁਨੀਆ ਵਿੱਚ ਹਰ ਮਿੰਟ ਵਿੱਚ 11 ਲੋਕ ਭੁੱਖਮਰੀ ਕਾਰਨ ਮਰਦੇ ਨੇ, ਜਦੋਂ ਕਿ ਪਿਛਲੇ ਸਾਲ ਕਰੋਨਾ ਪੀਰੀਅਡ ਦੌਰਾਨ ਪੂਰੇ ਵਿਸ਼ੇ ਵਿੱਚ ਅਕਾਲ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ 6 ਗੁਣਾ ਵਧੀ ਹੈ। ਰਿਪੋਰਟ ਦੇ ਅਨੁਸਾਰ ਕੋਵਿਡ-19 ਦੇ ਕਾਰਨ ਹਰ ਮਿੰਟ ਵਿੱਚ ਦੁਨੀਆ ਵਿੱਚ ਲਗਭਗ 7 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਠੀਕ ਹੈ, ਜੋ ਕਿ ਇਹ ਵੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜੋ ਹੁਣ ਆਪਣਾ ਕੋਵਿਡ-19 ਚੱਲ ਰਿਹਾ ਹੈ, ਉਸ ਦੇ ਕਾਰਨ ਹਰ ਮਿੰਟ ਦੇ ਵਿੱਚ ਦੁਨੀਆ ਦੇ ਵਿੱਚ ਲਗਭਗ ਜੋ 7 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਇਹ ਵਰਲਡ ਦੀ ਗੱਲ ਕੀਤੀ ਗਈ ਹੈ। ਠੀਕ ਹੈ ਗਾਇਸ, ਇਹ ਜਾਣਕਾਰੀ ਨੋਟ ਰੱਖਣੀ ਤੁਸੀਂ। ਨੈਕਸਟ ਕੁਐਸਚਨ, ਭਾਰਤ ਦੀ ਸਭ ਤੋਂ ਵੱਡੀ ਤੇਲ ਕੰਪਨੀ ਜੋ IOC ਹੈ, ਭਾਰਤ ਦੇ ਕਿਹੜੇ ਸ਼ਹਿਰ ਵਿੱਚ ਦੇਸ਼ ਦਾ ਪਹਿਲਾ ਹਰਾ ਹਾਈਡਰੋਜਨ ਪਲਾਂਟ ਬਣਾਉਣ ਦੀ ਘੋਸ਼ਣਾ ਕੀਤੀ ਹੈ। ਜੋ ਕਿ ਵੱਡੀ ਤੇਲ ਕੰਪਨੀ ਹੈ IOC, ਉਸਨੇ ਭਾਰਤ ਦੇ ਕਿਹੜੇ ਸ਼ਹਿਰ ਦੇ ਵਿੱਚ ਪੁੱਛਿਆ ਵੀ ਜੋ ਪਹਿਲਾ ਹਰਾ ਜੋ ਹਾਈਡਰੋਜਨ ਹੈ ਉਹ ਪਲਾਂਟ ਬਣਾਉਣ ਦੀ ਘੋਸ਼ਣਾ ਕੀਤੀ ਹੈ। ਤਾਂ ਉਹ ਕੀਤੀ ਗਾਇਸ ਮਥੁਰਾ ਦੇ ਵਿੱਚ। ਆਪਸ਼ਨ ਨੰਬਰ ਡੀ ਰਾਈਟ ਆਨਸਰ। ਠੀਕ ਹੈ, ਸੋ ਭਾਰਤ ਦੇ ਮਥੁਰਾ ਦੇ ਵਿੱਚ ਜੋ ਤੇਲ ਕੰਪਨੀ ਹੈ IOC, ਉਸਨੇ ਦੇਸ਼ ਦਾ ਪਹਿਲਾ ਹਰਾ ਹਾਈਡਰੋਜਨ ਪਲਾਂਟ ਬਣਾਉਣ ਦੀ ਘੋਸ਼ਣਾ ਕੀਤੀ ਹੈ ਮਥੁਰਾ ਦੇ ਵਿੱਚ। ਆਓ ਇਸ ਦੇ ਨਾਲ ਜੁੜੇ ਪੁਆਇੰਟਸ ਵੇਖਦੇ ਹਾਂ ਆਪਾਂ। ਦੇਖੋ, ਮਥੁਰਾ ਭਾਰਤ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਜੋ IOC ਨੇ ਜਲਦੀ ਹੀ ਮਥੁਰਾ ਸ਼ਹਿਰ ਵਿੱਚ ਆਪਣੀ ਰਿਫਾਈਨਰੀ ਜੋ ਦੇਸ਼ ਦਾ ਪਹਿਲਾ ਹਰਾ ਹਾਈਡਰੋਜਨ ਪਲਾਂਟ ਬਣਾਉਣ ਦਾ ਐਲਾਨ ਕੀਤਾ ਹੈ, ਜਦੋਂ ਕਿ ਪਿਛਲੇ ਸਮੇਂ ਵਿੱਚ ਜੈਵਿਕ ਬਾਲਣਾ ਜਿਵੇਂ ਕਿ ਕੁਦਰਤੀ ਗੈਸ ਦੀ ਵਰਤੋਂ ਕਰਦਿਆਂ ਗ੍ਰੇ ਹਾਈਡਰੋਜਨ ਉਤਪਾਦਨ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਸੀ। ਠੀਕ ਹੈ, ਤਾਂ ਇਸ ਵਾਰ ਯਾਦ ਰੱਖਣਾ ਗਾਈਸ, ਇਹ ਮਥੁਰਾ ਦੇ ਵਿੱਚ ਕੀਤਾ ਜਾਏਗਾ। ਦੇਸ਼ ਦਾ ਪਹਿਲਾ ਹਰਾ ਹਾਈਡਰੋਜਨ ਪਲਾਂਟ ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ ਮਥੁਰਾ ਦੇ ਵਿੱਚ। ਨੈਕਸਟ ਕੁਐਸਚਨ, ਕਿਹੜਾ ਦਿਵਸ 22 ਜੁਲਾਈ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਤੇ ਗਾਈਸ ਇਹ ਜਿਹੇ ਕੁਐਸਚਨ ਹੁੰਦੇ ਨੇ, ਆਪਾਂ ਡੇਜ਼ ਜਿਹੜੇ ਦਿਨ ਯਾਦ ਰੱਖ ਲੈਂਦੇ ਹਾਂ। ਜਿਵੇਂ ਕਿ ਬੇਸਿਕ ਹੁੰਦੇ ਨੇ, ਆਪਾਂ ਪੁਰਾਣੇ ਤਾਂ ਯਾਦ ਹੋਣੇ, ਬਟ ਜਿਹੜੇ ਇਹੋ ਜਿਹੇ ਕੁਐਸਚਨ ਦੇ ਵਿੱਚ ਬਣਦੇ ਨੇ ਉਹ ਜ਼ਿਆਦਾ ਪੇਪਰ ਦੇ ਵਿੱਚ ਮੂਹਰੇ ਉੱਭਰ ਕੇ ਮੂਹਰੇ ਆਉਂਦੇ ਨੇ। ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ। ਰਾਈਟ ਆਨਸਰ ਆਪਸ਼ਨ ਨੰਬਰ ਡੀ ਰਾਸ਼ਟਰੀ ਫਲੈਗ ਅਪਣਾਉਣ ਦਿਵਸ। ਠੀਕ ਹੈ, ਜੋ ਕਿ 22 ਜੁਲਾਈ ਹੈ, ਇਹ ਪੂਰੇ ਭਾਰਤ ਦੇ ਵਿੱਚ ਰਾਸ਼ਟਰੀ ਫਲੈਗ ਅਪਣਾਉਣ ਦਿਵਸ ਦੇ ਵਿੱਚ ਮਨਾਇਆ ਜਾਂਦਾ ਹੈ। ਤੇ ਜੋ ਆਪਣਾ ਰਾਸ਼ਟਰੀ ਝੰਡਾ ਅਪਣਾਉਣ ਦਾ ਦਿਵਸ ਦੇ ਵਿੱਚ 22 ਜੁਲਾਈ ਮਨਾਇਆ ਜਾਂਦਾ ਹੈ। ਇਸ ਦੇ ਇੰਪੋਰਟੈਂਟ ਪੁਆਇੰਟਸ ਦੇ ਵਿੱਚ ਵੇਖਦੇ ਆਪਾਂ। ਦੇਖੋ ਗਾਈਸ, ਜੋ ਕਿ ਰਾਸ਼ਟਰੀ ਫਲੈਗ ਅਪਣਾਉਣ ਦਿਵਸ, ਰਾਸ਼ਟਰੀ ਝੰਡਾ ਅਪਣਾਉਣ ਦਾ ਦਿਨ ਹੁੰਦਾ ਜੋ 22 ਜੁਲਾਈ ਨੂੰ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਤਿਰੰਗਾ ਅਪਣਾਉਣ ਤੋਂ ਬਾਅਦ ਪਹਿਲੀ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ 15 ਅਗਸਤ 1947 ਨੂੰ ਇਸ ਤਿਰੰਗੇ ਨੂੰ ਲਹਿਰਾਇਆ ਸੀ। ਠੀਕ ਹੈ, ਪਹਿਲੀ ਵਾਰ 15 ਅਗਸਤ 1947 ਨੂੰ ਇਸ ਤਿਰੰਗੇ ਨੂੰ ਲਹਿਰਾਇਆ ਸੀ, ਜਦੋਂ ਕਿ ਸਾਲ 1947 ਵਿੱਚ 22 ਜੁਲਾਈ ਨੂੰ ਡਾਕਟਰ ਰਜਿੰਦਰ ਪ੍ਰਸਾਦ ਦੀ ਅਗਵਾਈ ਵਾਲੀ ਅਸੈਂਬਲੀ ਨੇ ਰਾਸ਼ਟਰੀ ਝੰਡਾ ਅਪਣਾਇਆ ਸੀ। ਤੇ ਅਪਣਾਉਣ ਦੀ ਗੱਲ ਹੋਈ ਹੈ ਤੇ ਪਹਿਲੇ ਲਹਿਰਾਉਣ ਦੀ ਗੱਲ ਹੋਈ ਹੈ। ਠੀਕ ਹੈ, ਇਹ ਜਾਣਕਾਰੀ ਨੋਟ ਰੱਖਣੀ ਹੈ। 22 ਜੁਲਾਈ ਨੂੰ ਰਾਸ਼ਟਰੀ ਝੰਡਾ ਅਪਣਾਉਣ ਦਾ ਦਿਨ ਮਨਾਇਆ ਜਾਂਦਾ ਹੈ। ਕੁਐਸਚਨ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਵੇਖੋ, ਨਿਮਨਲਿਖਤ ਵਿੱਚੋਂ ਕਿਸ ਦੇਸ਼ ਨੇ ਵਿਸ਼ਵ ਦੇ ਸਭ ਤੋਂ ਉੱਨਤ ਐਂਟੀ ਮਿਜ਼ਾਈਲ ਪ੍ਰਣਾਲੀ S-500 ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਜੋ S-500 ਹੈ, S-500, ਇਸ ਦਾ ਸਫਲਤਾਪੂਰਵਕ ਟੈਸਟ ਹੈ ਜੋ ਉਹ ਕਿਸ ਦੇਸ਼ ਵੱਲੋਂ ਕੀਤਾ ਗਿਆ ਹੈ। ਰਾਈਟ ਆਨਸਰ ਆਪਸ਼ਨ ਨੰਬਰ ਡੀ ਰੂਸ ਵੱਲੋਂ। ਰੂਸ ਦੇਸ਼ ਵੱਲੋਂ ਵਿਸ਼ਵ ਦੇ ਸਭ ਤੋਂ ਉੱਨਤ ਐਂਟੀ ਮਿਜ਼ਾਈਲ ਪ੍ਰਣਾਲੀ S-500 ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਗਾਈਸ। ਠੀਕ ਹੈ, ਯਾਦ ਰੱਖਣਾ ਰੂਸ ਵੱਲੋਂ ਕੀਤਾ ਗਿਆ।
ਤੇ ਆਓ ਜਾਣਕਾਰੀ ਦੇ ਵਿੱਚ ਵੀ ਵੇਖਦੇ ਆਪਾਂ ਥੋੜ੍ਹਾ ਜਿਹਾ। ਰੂਸ ਨੇ ਦੁਨੀਆ ਦੀ ਸਭ ਤੋਂ ਆਧੁਨਿਕ ਐਂਟੀ ਮਿਜ਼ਾਈਲ ਪ੍ਰਣਾਲੀ S-500 에ਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ ਕੀਤਾ। 600 ਕਿਲੋਮੀਟਰ ਦੀ ਸੀਮਾ ਹੋਣ ਦੀ ਉਮੀਦ ਸੀ ਤੇ ਇਹ ਮਿਜ਼ਾਈਲ ਸਿਸਟਮ ਪੁਲਾੜ ਤੋਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਵੀ ਸਮਰੱਥ ਹੈ। ਤੇ S-500 에ਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਨੂੰ ਟਰਾਈ ਇਫਾਂਟਰ M ਅਤੇ ਪ੍ਰੋਮੀਥੀਅਸ ਵਜੋਂ ਵੀ ਜਾਣਿਆ ਜਾਂਦਾ ਹੈ। ਸੋ ਕਈ ਵਾਰ ਬਾਈ ਚਾਂਸ ਕੁਐਸਚਨ ਬਣ ਜਾਵੇ, ਬਟ ਇਹਨਾਂ ਡਿਫਿਕਲਟ ਕੁਐਸਚਨ ਨਹੀਂ ਬਣੇਗਾ, ਫਿਰ ਵੀ ਯਾਦ ਰੱਖਿਓ। S-500 에ਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਨੂੰ ਟਰਾਈ ਇਫਾਂਟਰ M ਅਤੇ ਪ੍ਰੋਮੀਥੀਅਮ ਵਜੋਂ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਜਾਣਕਾਰੀ ਇੰਪੋਰਟੈਂਟ ਹੈ, ਸੋ ਨੋਟ ਰੱਖਣੀ ਇਹ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ। ਵਰਲਡ ਹੈਰੀਟੇਜ ਕਮੇਟੀ ਨੇ ਹਾਲ ਹੀ ਵਿੱਚ ਕਿਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚੋਂ ਹਟਾ ਦਿੱਤਾ ਹੈ? ਸੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਹੋ ਜਿਹੇ ਕੁਐਸਚਨ 'ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ, ਕਿਉਂਕਿ ਕਰੰਟ ਅਫੇਅਰ ਦਾ ਕੁਐਸਚਨ ਹੈ ਅਤੇ ਹਾਲ ਹੀ ਦੇ ਵਿੱਚ ਇਹ ਘਟਨਾ ਹੋਈ ਹੈ ਅਤੇ ਜਿਸ ਨੂੰ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਸੋ ਹੈ ਗਾਈਜ਼ ਲਿਵਰਪੂਲ ਮੈਰੀਟਾਈਮ ਮਰਕੈਂਟਾਈਲ ਸਿਟੀ। ਠੀਕ ਹੈ, ਆਪਸ਼ਨ ਨੰਬਰ C ਰਾਈਟ ਆਨਸਰ ਹੋ ਜਾਏਗਾ, ਲਿਵਰਪੂਲ ਮੈਰੀਟਾਈਮ ਮਰਕੈਂਟਾਈਲ ਸਿਟੀ। ਸੋ ਇਸ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਸੋ ਹਾਲ ਹੀ ਸ਼ਹਿਰ ਦੇ ਹਾਲ ਹੀ ਵਿੱਚ ਇਹ ਹਟਾਇਆ ਹੈ ਅਤੇ ਇਸ ਦੇ ਨਾਲ ਜਾਣਕਾਰੀ ਵੇਖਦੇ ਆਪਾਂ। ਤਾਂ ਵੇਖੋ, ਸੋ ਵਰਲਡ ਹੈਰੀਟੇਜ ਕੰਪਨੀ ਨੇ ਹਾਲ ਹੀ ਵਿੱਚ ਲਿਵਰਪੂਲ ਮੈਰੀਟਾਈਮ ਮਰਕੈਂਟਾਈਲ ਸਿਟੀ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚੋਂ ਹਟਾ ਦਿੱਤਾ ਹੈ। ਇਹ ਸ਼ਹਿਰ 6 ਸਥਾਨਾਂ 'ਤੇ ਬਣਿਆ ਹੋਇਆ ਹੈ, ਜਿਸ ਵਿੱਚ ਪੀਅਰ ਹੈਡ, ਐਲਬਰਟ ਡੌਂਕ ਅਤੇ ਵਿਲੀਅਮ ਬਰਾਊਨ ਸਟਰੀਟ ਸ਼ਾਮਲ ਨੇ। 2004 ਵਿੱਚ ਡੌਂਕ ਲਾਈਫ ਲਿਵਰਪੂਲ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਵਜੋਂ ਸੂਚੀਬੱਧ ਕੀਤਾ ਗਿਆ ਸੀ। ਠੀਕ ਹੈ, ਜਾਣੀ ਕਿ ਲਿਸਟਡ ਕੀਤਾ ਗਿਆ ਸੀ ਇਸ ਨੂੰ 2004 ਦੇ ਵਿੱਚ। ਠੀਕ ਹੈ, ਵੇਖਦੇ ਹਾਂ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਸਪੋਰਟਸ ਰਿਲੇਟਡ ਹੈ। ਕੁਐਸਚਨ ਇੰਪੋਰਟੈਂਟ ਹੈ। ਕਿਹੜੇ ਸ਼ਹਿਰ ਵਿੱਚ ਓਲੰਪਿਕ ਖੇਡਾਂ 2032 ਦੀ ਘੋਸ਼ਣਾ ਕੀਤੀ ਗਈ ਹੈ? ਦੇਖੋ 2032 ਦੇ ਵਿੱਚ ਜੋ ਓਲੰਪਿਕ ਖੇਡਾਂ ਹੋਣਗੀਆਂ, ਸੋ ਉਸ ਦੀ ਘੋਸ਼ਣਾ ਹੋ ਚੁੱਕੀ ਹੈ। ਤਾਂ ਉਹ ਸ਼ਹਿਰ ਗਾਈਸ ਬ੍ਰਿਸਬੇਨ। ਆਪਸ਼ਨ ਨੰਬਰ C ਰਾਈਟ ਆਨਸਰ। ਸੋ ਬ੍ਰਿਸਬੇਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਹੈ ਜੋ, ਸੋ ਉੱਥੇ ਹੀ ਓਲੰਪਿਕ ਖੇਡਾਂ 2032 ਦੀ ਘੋਸ਼ਣਾ ਕੀਤੀ ਗਈ ਹੈ। ਅਤੇ ਇਸ ਦੇ ਨਾਲ ਜੁੜੀ ਜਾਣਕਾਰੀ ਵੇਖਦੇ ਹਾਂ ਆਪਾਂ। ਤਾਂ ਦੇਖੋ ਗਾਈਸ, ਸੋ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਜੋ ਕਿ IOC ਹੈ, ਸੋ ਇਸ ਦੀ ਫੁੱਲ ਫਾਰਮ ਹੈ, ਨੇ 2032 ਦੇ ਸਮਰ ਓਲੰਪਿਕਸ ਦੇ ਮੇਜ਼ਬਾਨ ਅਧਿਕਾਰ ਆਸਟ੍ਰੇਲੀਆਈ ਸ਼ਹਿਰ ਬ੍ਰਿਸਬੇਨ ਨੂੰ ਦੇ ਦਿੱਤੇ ਨੇ। ਇਸ ਟੋਕੀਓ ਓਲੰਪਿਕਸ ਤੋਂ ਬਾਅਦ ਓਲੰਪਿਕ ਖੇਡਾਂ ਸਾਲ 2024 ਵਿੱਚ ਪੈਰਿਸ ਵਿੱਚ ਹੋਈ ਸੀ ਅਤੇ 2028 ਵਿੱਚ ਲਾਸ ਐਂਜਲਸ ਵਿੱਚ ਖੇਡੀਆਂ ਜਾਣਗੀਆਂ। ਠੀਕ ਹੈ, ਜਦੋਂ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ 2 ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਿਆ। ਸੋ ਕਦੋਂ ਇੱਕ ਤਾਂ 1956 ਦੇ ਵਿੱਚ ਹੋਈ ਸੀ ਓਲੰਪਿਕ ਖੇਡਾਂ ਜੋ ਮੈਲਬਰਨ ਦੇ ਵਿੱਚ, ਅਤੇ 2000 ਦੇ ਵਿੱਚ ਸਿਡਨੀ ਵਿੱਚ ਹੋਈਆਂ ਸਨ। ਠੀਕ ਹੈ, ਸੋ ਇਹ ਵੀ ਜਾਣਕਾਰੀ ਨੋਟ ਰੱਖਣੀ ਹੈ। ਅਤੇ 2032 ਦੇ ਵਿੱਚ ਸਮਰ ਓਲੰਪਿਕਸ ਹੋਣਗੀਆਂ, ਸੋ ਆਸਟ੍ਰੇਲੀਆ ਦੇ ਬ੍ਰਿਸਬੇਨ ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ। ਕਿਸ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਸਭ ਤੋਂ ਪਹਿਲਾਂ ਭਾਰਤ ਵਿੱਚ ਮਿਲੇ ਕੋਵਿਡ-19 ਦਾ ਡੈਲਟਾ ਵੇਰੀਐਂਟ ਹੁਣ ਤੱਕ 124 ਦੇਸ਼ਾਂ ਵਿੱਚ ਫੈਲ ਚੁੱਕਾ ਹੈ? ਦੇਖੋ ਆਪਾਂ ਨੇ ਇਹ ਕੁਐਸਚਨ ਕਰੰਟ ਅਫੇਅਰ ਦੇ ਵਿੱਚ ਪਹਿਲਾਂ ਵੀ ਡਿਸਕਸ ਕੀਤਾ ਹੋਇਆ। ਠੀਕ ਹੈ, ਡੈਲਟਾ ਵੇਰੀਐਂਟ ਆ ਗਿਆ ਸੀ। ਠੀਕ ਹੈ, ਇਸ ਦੇ ਰੂਪ ਵੀ ਦੱਸੇ ਗਏ ਸੀ, ਬਟ ਹੁਣ ਇਹ ਜੋ ਡੈਲਟਾ ਵੇਰੀਐਂਟ ਹੈ, ਸੋ ਭਾਰਤ ਤੋਂ ਇਲਾਵਾ ਹੁਣ 124 ਦੇਸ਼ਾਂ ਦੇ ਵਿੱਚ ਫੈਲ ਚੁੱਕਿਆ ਹੈ। ਅਤੇ ਇਹ ਕਿਸ ਨੇ ਐਲਾਨ ਕੀਤਾ ਹੈ? ਸੋ ਸੰਸਥਾ ਦਾ ਨਾਮ ਹੈ ਗਾਈਸ WHO, ਵਰਲਡ ਹੈਲਥ ਆਰਗੇਨਾਈਜੇਸ਼ਨਸ, ਪੰਜਾਬੀ ਦੇ ਵਿੱਚ ਹੈ ਵਿਸ਼ਵ ਸਿਹਤ ਸੰਸਥਾ। ਆਪਸ਼ਨ ਨੰਬਰ C ਰਾਈਟ ਆਨਸਰ। ਠੀਕ ਹੈ, ਸੋ ਉਸ ਨੇ ਹੀ ਇਹ ਸਿੱਧ ਕੀਤਾ, ਐਲਾਨ ਕੀਤਾ ਹੈ ਕਿ ਸਭ ਤੋਂ ਪਹਿਲਾਂ ਜੋ ਭਾਰਤ ਵਿੱਚ ਕੋਵਿਡ-19 ਦਾ ਡੈਲਟਾ ਵੇਰੀਐਂਟ ਮਿਲਿਆ ਸੀ, ਹੁਣ ਉਹ 124 ਦੇਸ਼ਾਂ ਦੇ ਵਿੱਚ ਫੈਲ ਚੁੱਕਿਆ। ਸੋ WHO ਦੁਆਰਾ ਇਹ ਐਲਾਨ ਕੀਤਾ ਗਿਆ। ਅਤੇ ਇਸ ਦੇ ਨਾਲ ਜਾਣਕਾਰੀ ਜੁੜੀ ਦੇਖਦੇ ਹਾਂ ਆਪਾਂ। ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਕੋਵਿਡ-19 ਦਾ ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿੱਚ ਮਿਲਿਆ, ਹੁਣ ਤੱਕ 124 ਦੇਸ਼ਾਂ ਵਿੱਚ ਫੈਲ ਚੁੱਕਿਆ, ਜਦੋਂ ਕਿ ਪਿਛਲੇ ਹਫ਼ਤੇ ਤੱਕ ਇਹ ਡੈਲਟਾ ਵੇਰੀਐਂਟ 111 ਦੇਸ਼ਾਂ ਵਿੱਚ ਪਾਇਆ ਗਿਆ ਸੀ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਅਨੁਸਾਰ ਹੁਣ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ 75% ਨਵੇਂ ਕੇਸ ਇਸ ਕਿਸਮ ਦੇ ਨੇ। ਠੀਕ ਹੈ, ਜੋ ਕਿ ਇਸ ਕਿਸਮ ਦੇ ਵਿੱਚ ਕੇਸ ਆ ਰਹੇ ਨੇ 75% ਦੇ ਲਗਭਗ, ਸੋ ਇਹਦੇ ਨਾਲ ਰਿਲੇਟਡ ਆ ਰਹੇ ਨੇ। ਠੀਕ ਹੈ, ਨੈਕਸਟ ਕੁਐਸਚਨ। ਕਿਹੜਾ ਦਿਵਸ 23 ਜੁਲਾਈ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ? ਦੇਖੋ ਗਾਈਜ਼, ਆਪਣੇ ਕੋ 22 ਜੁਲਾਈ ਨੂੰ ਕੀਤਾ ਸੀ, ਇਹ 23 ਜੁਲਾਈ ਵਾਲਾ ਆ ਗਿਆ। ਸੋ ਇਹ ਦੋਵੇਂ ਇੰਪੋਰਟੈਂਟ ਨੇ, ਕਿਉਂਕਿ ਐਗਜ਼ ਕੁਐਸਚਨ ਇਹ ਐਗਜ਼ਾਮ ਦੇ ਵਿੱਚ ਬਣਦੇ ਨੇ, ਸੋ ਸੈਲੀਬ੍ਰੇਟਡ ਦਿਨਾਂ ਨੂੰ ਲੈ ਕੇ। ਸੋ ਰਾਈਟ ਆਨਸਰ ਆਪਸ਼ਨ ਨੰਬਰ D, ਰਾਸ਼ਟਰੀ ਪ੍ਰਸਾਰਣ ਦਿਵਸ 'ਤੇ। ਠੀਕ ਹੈ, ਸੋ ਰਾਸ਼ਟਰੀ ਪ੍ਰਸਾਰਣ ਦਿਵਸ ਹੈ ਜੋ 23 ਜੁਲਾਈ ਨੂੰ ਪੂਰੇ ਭਾਰਤ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ, ਯਾਨੀ ਕਿ ਮਨਾਇਆ ਜਾਂਦਾ ਹੈ। ਠੀਕ ਹੈ, ਇਸ ਨੂੰ ਯਾਦ ਰੱਖਣਾ ਹੈ। ਅਤੇ ਇਸ ਨਾਲ ਜਿਹੜੀ ਜਾਣਕਾਰੀ ਵੇਖਦੇ ਆਪਾਂ। ਦੇਖੋ ਗਾਈਜ਼,
ਰਾਸ਼ਟਰੀ ਪ੍ਰਸਾਰਣ ਦਿਵਸ 23 ਜੁਲਾਈ ਨੂੰ ਸਾਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਾਲ 1927 ਦੇ ਇਸ ਦਿਨ ਭਾਰਤੀ ਪ੍ਰਸਾਰਣ ਕੰਪਨੀ ਨੇ ਬੰਬੇ ਸਟੇਸ਼ਨ ਤੋਂ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਕੀਤੀ ਹੈ। ਇਸ ਸਮੇਂ ਦੇਸ਼ ਦੇ ਵਿੱਚ ਰੇਡੀਓ ਪ੍ਰਸਾਰਣ ਨੂੰ 87 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਠੀਕ ਹੈ, 87 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਤੇ ਸਾਲ 1927 ਸੋ ਭਾਰਤੀ ਪ੍ਰਸਾਰਣ ਕੰਪਨੀ ਜੋ ਬੰਬੇ ਸਟੇਸ਼ਨ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਕੀਤੀ ਸੀ। ਸੋ ਬੰਬੇ ਸਟੇਸ਼ਨ ਤੋਂ ਠੀਕ ਹੈ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਕੀਤੀ ਗਈ ਸੀ 1927 ਦੇ ਵਿੱਚ। ਇਹ ਵੀ ਯਾਦ ਰੱਖਣਾ ਹੈ। ਸੋ 23 ਜੁਲਾਈ ਨੂੰ ਇਹ ਆਯੋਜਿਤ ਕੀਤਾ ਜਾਂਦਾ ਹੈ ਰਾਸ਼ਟਰੀ ਪ੍ਰਸਾਰਣ ਦਿਵਸ। ਨੈਕਸਟ ਕੁਐਸਚਨ, ਸਰਕਾਰ ਦੁਆਰਾ ਕਿਸ ਸ਼ਹਿਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਗਈ ਹੈ? ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਗਈ ਹੈ ਨੋਇਡਾ ਦੇ ਵਿੱਚ। ਆਪਸ਼ਨ ਨੰਬਰ ਬੀ ਰਾਈਟ ਆਨਸਰ। ਸੋ ਨੋਇਡਾ ਦੇ ਵਿੱਚ ਘੋਸ਼ਣਾ ਕੀਤੀ ਗਈ ਹੈ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਦੀ ਸਰਕਾਰ ਦੁਆਰਾ। ਅਤੇ ਇਸ ਦੇ ਨਾਲ ਜੁੜੇ ਸੋ ਤੱਥ ਨੇ ਜੋ ਜਾਣਕਾਰੀ ਹੈ ਉਹ ਵੇਖ ਲੈਂਦੇ ਹਾਂ। ਸਰਕਾਰ ਨੇ ਨੋਇਡਾ ਸ਼ਹਿਰ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੋਵੇਗਾ। ਸਥਾਪਨਾ ਦੇਸ਼ ਦੇ ਅਮੀਰ ਵਿਰਸੇ 'ਤੇ ਕੇਂਦਰਿਤ ਕਰੇਗੀ ਅਤੇ ਦੇਸ਼ ਦੇ ਸੱਭਿਆਚਾਰਕ ਪਹਿਲੂਆਂ 'ਤੇ ਸਿੱਖਿਆ ਪ੍ਰਦਾਨ ਕਰੇਗੀ। ਸੋ ਇਸ ਦਾ ਉਦੇਸ਼ ਦੱਸਿਆ ਗਿਆ ਵੀ ਇਹ ਕਿਸ ਤਰ੍ਹਾਂ ਦਾ ਜੋ ਕੇਂਦਰਿਤ ਕੀਤਾ ਜਾਏਗਾ ਇਸ ਨੂੰ। ਸੋ ਜੋ ਕਿ ਵਿਰਸਾ ਉਸ 'ਤੇ ਕੇਂਦਰਿਤ ਰਹੇਗੀ ਅਤੇ ਇਹਦੇ ਜੋ ਸੱਭਿਆਚਾਰਕ ਪਹਿਲੂ ਨੇ ਸਿੱਖਿਆ ਪ੍ਰਦਾਨ ਕਰੇਗੀ। ਠੀਕ ਹੈ ਗਾਈਜ਼, ਤਾਂ ਇਹ ਯਾਦ ਰੱਖਣਾ ਹੈ। ਸੋ ਨੋਇਡਾ ਸ਼ਹਿਰ ਦੇ ਵਿੱਚ ਇਹ ਸਥਾਪਿਤ ਕੀਤਾ ਜਾਏਗਾ। ਸੋ ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ। ਨੈਕਸਟ ਕੁਐਸਚਨ ਹੈ ਅਤੇ ਆਪਣੇ ਕੋਲ ਲਾਸਟ ਕੁਐਸਚਨ ਅੱਜ ਦੀ ਕਰੰਟ ਅਫੇਅਰ ਦਾ। ਕਿਸ ਨੇ ਹਾਲ ਹੀ ਵਿੱਚ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ? ਤਾਂ ਉਸ ਦਾ ਨਾਮ ਹੈ ਗਾਈਜ਼ DRDO। ਆਪਸ਼ਨ ਨੰਬਰ ਏ ਰਾਈਟ ਆਨਸਰ। ਅਤੇ DRDO ਦੀ ਫੁੱਲ ਫਾਰਮ ਤੁਹਾਨੂੰ ਪਹਿਲਾਂ ਦੱਸੀ ਹੋਈ ਹੈ, ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ। ਠੀਕ ਹੈ, ਸੋ DRDO ਨੇ ਮੇਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਹੈ ਜੋ ਉਸ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਅਤੇ ਇਸ ਦੇ ਨਾਲ ਰਿਲੇਟਡ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਂਦਾ ਹੈ। ਠੀਕ ਹੈ, ਸੋ ਇਹ ਜੋ ਕਿ ਜਿੰਨੇ ਵੀ ਸਫਲਤਾਪੂਰਵਕ ਟੈਸਟ ਕੀਤੇ ਜਾਂਦੇ ਨੇ ਅਤੇ ਇਸ ਦੇ ਨਾਲ ਜੁੜੀ ਜਾਣਕਾਰੀ ਵੇਖ ਲਓ ਥੋੜ੍ਹੀ ਜਿਹੀ। ਤਾਂ ਵੇਖੋ ਗਾਈਜ਼ DRDO ਨੇ ਹਾਲ ਹੀ ਵਿੱਚ ਮੇਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਦਾ ਨਾਮਕ ਇੱਕ ਗਾਈਡਡ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ। DRDO ਨੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਲਈ ਥਰਮਲ ਸਾਈਟ ਨਾਲ ਏਕੀਕ੍ਰਿਤ ਮੈਨ ਪੋਰਟੇਬਲ ਲਾਂਚਰ ਦੀ ਵਰਤੋਂ ਕੀਤੀ ਹੈ। ਇਸ ਮਿਜ਼ਾਈਲ ਵਿੱਚ ਆਧੁਨਿਕ ਇਨਫਰਾਰੈੱਡ ਇਮੇਜਿੰਗ ਖੋਜੀ ਅਤੇ ਐਡਵਾਂਸਡ ਐਵੀਓਨਿਕਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਠੀਕ ਹੈ, ਤਾਂ ਯਾਦ ਰੱਖਣਾ ਇਸ ਕੁਐਸਚਨ ਨੂੰ। ਸੋ DRDO ਦੁਆਰਾ ਇਹ ਸੋ ਸਫਲਤਾਪੂਰਵਕ ਟੈਸਟ ਕੀਤਾ ਗਿਆ। ਅਤੇ ਗਾਈਜ਼ ਦੇਖੋ ਅੱਜ ਦੀ ਕਰੰਟ ਅਫੇਅਰ ਆਪਣੀ ਹੋ ਗਈ ਡਿਟੇਲ ਦੇ ਵਿੱਚ। ਸੋ ਹੁਣ ਆਪਾਂ ਟੈਸਟ ਦੀ ਵਾਰੀ ਹੈ ਜੋ ਕਿ ਆਪਾਂ ਨੇ ਪਿਛਲੀ ਕਰੰਟ ਅਫੇਅਰ ਡਿਸਕਸ ਕੀਤੀ ਸੀ। ਠੀਕ ਹੈ, 21 ਅਤੇ 22 ਜੁਲਾਈ ਦੀ। ਸੋ ਉਸ ਦਾ ਟੈਸਟ ਲਗਾ ਲੈਂਦੇ ਹਾਂ। ਸੋ 2 ਮਿੰਟ ਦਾ ਟੈਸਟ ਹੈ। ਸੋ ਟੈਸਟ ਜ਼ਰੂਰ ਅਟੈਂਡ ਕਰਕੇ ਜਾਇਓ। ਠੀਕ ਹੈ, ਤਾਂ ਤੁਹਾਨੂੰ ਉਸ ਦੇ ਪਿੱਛੇ ਵੀ ਰਿਵੀਜ਼ਨ ਹੁੰਦੀ ਰਹੇ। ਫਸਟ ਕੁਐਸਚਨ ਹੈ ਗਾਈਜ਼ ਟੈਸਟ ਦਾ ਆਪਣੇ ਕੋਲ, ਅਤੇ ਤੁਸੀਂ ਆਨਸਰ ਵੀ ਨੀਚੇ ਕਮੈਂਟ ਬਾਕਸ ਵਿੱਚ ਕਰਦੇ ਜਾਣੇ ਨੇ ਲਗਾਤਾਰ। ਠੀਕ ਹੈ, ਫਸਟ ਕੁਐਸਚਨ, ਭਾਰਤ ਦੇ ਕਿਸ IIT ਇੰਸਟੀਚਿਊਟ ਦੀ ਆਪਣੀ ਖੁਦ ਦੀ ਆਕਸੀਜਨ ਰੈਸ਼ਿੰਗ ਡਿਵਾਈਸ ਐਮਲੈਕਸ ਵਿਕਸਿਤ ਕੀਤੀ ਗਈ ਹੈ? ਤਾਂ ਉਸ IIT ਦਾ ਨਾਮ ਹੈ ਗਾਈਜ਼ IIT ਰੋਪੜ। ਆਪਸ਼ਨ ਨੰਬਰ ਡੀ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਟੈਸਟ ਦਾ, ਭਾਰਤ ਸਰਕਾਰ ਦੇ ਕਿਸ ਮੰਤਰਾਲੇ ਨੇ ਹਾਲ ਹੀ ਵਿੱਚ ਦੇਸ਼ ਵਿੱਚ ਆਟੋ ਬਾਲਣ ਦੀ ਵਿਕਰੀ ਲਈ 7 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਹੈ? ਦੇਖੋ ਆਟੋ ਬਾਲਣ ਦੀ ਗੱਲ ਹੋਈ ਹੈ ਤਾਂ ਜ਼ਾਹਿਰ ਦੀ ਗੱਲ ਹੈ। ਸੋ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨਾਲ ਰਿਲੇਟਡ ਹੈ। ਸੋ ਆਪਸ਼ਨ ਨੰਬਰ ਡੀ ਰਾਈਟ ਆਨਸਰ। ਨੈਕਸਟ ਵੇਖੋ ਕੁਐਸਚਨ, ਅਗਰ ਕਿਸ ਰਾਜ ਸਰਕਾਰ ਨੇ ਰੁੱਖਾਂ ਦੀ ਵਪਾਰਿਕ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਸ਼ੁਰੂਆਤ ਕੀਤੀ ਹੈ? ਅਗਰ ਕੀ ਹੈ ਇਹ ਰੁੱਖਾਂ ਦੀ ਇੱਕ ਕਾਸ਼ਤ ਹੈ ਗਾਈਜ਼। ਸੋ ਉਸ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਸ ਰਾਜ ਸਰਕਾਰ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ? ਸੋ ਰਾਈਟ ਆਨਸਰ ਆਪਸ਼ਨ ਨੰਬਰ ਡੀ ਤ੍ਰਿਪੁਰਾ ਸਰਕਾਰ ਦੇ ਵੱਲੋਂ। ਸਰਕਾਰ ਦੁਆਰਾ ਕਿਹੜਾ ਐਵਾਰਡ ਲੌਜਿਸਟਿਕ ਸੈਕਟਰ 'ਤੇ ਕੇਂਦਰਿਤ ਕਰਨ ਲਈ ਲਾਂਚ ਕੀਤੇ ਗਏ ਨੇ? ਰਾਈਟ ਆਨਸਰ ਆਪਸ਼ਨ ਨੰਬਰ ਏ ਨੈਸ਼ਨਲ ਲੌਜਿਸਟਿਕ ਐਕਸੀਲੈਂਸ ਅਵਾਰਡ। ਸੋ ਕੁਐਸਚਨ ਦੇ ਵਿੱਚ ਦਿੱਤਾ ਗਿਆ ਤਾਂ ਜ਼ਿਆਦਾ ਫਰਕ ਨਹੀਂ ਹੈ। ਸੋ ਨੈਸ਼ਨਲ ਲੌਜਿਸਟਿਕ ਐਕਸੀਲੈਂਸ ਅਵਾਰਡ ਜੋ ਲਾਂਚ ਕੀਤੇ ਗਏ ਨੇ। ਨੈਕਸਟ ਕੁਐਸਚਨ, ਭਾਰਤ ਸਰਕਾਰ ਨੇ ਡੇਅਰੀ ਸੈਕਟਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸਹੂਲਤ ਦੇਣ ਲਈ ਕਿਸ ਦੀ ਸਥਾਪਨਾ ਕੀਤੀ ਹੈ? ਸੋ ਰਾਈਟ ਆਨਸਰ ਆਪਸ਼ਨ ਨੰਬਰ ਡੀ ਡੇਅਰੀ ਇਨਵੈਸਟਮੈਂਟ ਐਕਸਲੇਟਰ। ਠੀਕ ਹੈ, ਸੋ ਡੇਅਰੀ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਹੈ ਡੇਅਰੀ ਇਨਵੈਸਟਮੈਂਟ ਐਕਸਲੇਟਰ। ਨੈਕਸਟ ਕੁਐਸਚਨ ਵੇਖੋ, ਹਾਲ ਹੀ ਵਿੱਚ ਕਿਸ ਨੇ ਇੱਕ ਉਦਯੋਗਿਕ ਪੱਧਰ 'ਤੇ ਦੇਸੀ ਉੱਚ ਤਾਕਤ
ਸੋ ਬੀਟਾ ਟਾਈਟੇਨੀਅਮ ਮਿਸ਼ਰ ਧਾਤੂ ਵਿਕਸਿਤ ਕੀਤਾ ਹੈ। ਸੋ ਰਾਈਟ ਆਂਸਰ ਆਪਸ਼ਨ ਨੰਬਰ ਬੀ DRDO ਦੁਆਰਾ। ਠੀਕ ਹੈ। ਨੈਕਸਟ ਕੁਐਸਚਨ, ਕਿਹੜਾ ਦਿਵਸ 20 ਜੁਲਾਈ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਹੈ? ਰਾਈਟ ਆਂਸਰ ਆਪਸ਼ਨ ਨੰਬਰ ਡੀ ਵਿਸ਼ਵ ਸ਼ਤਰੰਜ ਦਾ ਦਿਨ। ਠੀਕ ਹੈ, 20 ਜੁਲਾਈ ਨੂੰ ਪੂਰੀ ਦੁਨੀਆ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਵਿਸ਼ਵ ਸ਼ਤਰੰਜ ਦਾ ਦਿਨ। ਨੈਕਸਟ ਕੁਐਸਚਨ, ਚੀਫ ਜਸਟਿਸ ਆਫ ਇੰਡੀਆ NV ਰਮਨ ਦੁਆਰਾ ਹਾਲ ਹੀ ਵਿੱਚ ਇੱਕ ਨਵੀਂ ਯੋਜਨਾ ਦੀ ਕਿਹੜੀ ਸ਼ੁਰੂ ਕੀਤੀ ਗਈ ਹੈ? ਰਾਈਟ ਆਂਸਰ ਆਪਸ਼ਨ ਨੰਬਰ ਬੀ ਫਾਸਟਰ। ਸੋ ਫਾਸਟਰ ਵੀ ਯਾਦ ਰੱਖਣੀ ਗਾइस, ਕਈ ਵਾਰ ਕੁਐਸਚਨ ਇਸ ਤਰ੍ਹਾਂ ਹੀ ਬਣ ਜਾਂਦਾ ਹੈ ਕਿ ਜੋ ਫਾਸਟਰ ਯੋਜਨਾ ਹੈ ਸੋ ਇਹ ਕਿਹਨਾਂ ਦੇ ਦੁਆਰਾ ਸ਼ੁਰੂ ਕੀਤੀ ਗਈ ਹੈ? ਤਾਂ ਰਾਈਟ ਆਂਸਰ ਹੋ ਜਾਏਗਾ NV ਰਮਨ ਜੀ ਦੁਆਰਾ। ਇਹਨਾਂ ਵਿੱਚੋਂ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਕਿਸਾਨ ਮਿੱਤਰ ਊਰਜਾ ਯੋਜਨਾ ਸ਼ੁਰੂ ਕੀਤੀ ਹੈ? ਰਾਈਟ ਆਂਸਰ ਆਪਸ਼ਨ ਨੰਬਰ ਡੀ ਰਾਜਸਥਾਨ ਦੀ ਸਰਕਾਰ ਦੁਆਰਾ। ਲਾਸਟ ਕੁਐਸਚਨ ਟੈਸਟ ਦਾ, ਹਾਲ ਹੀ ਵਿੱਚ ਰੇਲਵੇ ਦਾ ਸਫਲਤਾਪੂਰਵਕ ਟੈਸਟ ਭਾਰਤ ਦੇ ਵਿੱਚ ਜੈਨਗਰ ਅਤੇ ਕਿਸ ਦੇਸ਼ ਦੇ ਕੋਰਥਾ ਵਿਚਕਾਰ ਹੋਇਆ ਹੈ? ਤਾਂ ਕੋਰਥਾ ਹੈ ਨੇਪਾਲ ਦੇ ਵਿੱਚ, ਆਪਸ਼ਨ ਨੰਬਰ ਸੀ। ਠੀਕ ਹੈ, ਸੋ ਭਾਰਤ ਦੇ ਜੈਨਗਰ ਅਤੇ ਜੋ ਨੇਪਾਲ ਹੈ ਉਸ ਦੇ ਕੋਰਥਾ ਦੇ ਵਿਚਕਾਰ ਹੋਇਆ ਹੈ। ਸੋ ਰੇਲਵੇ ਦਾ ਸਫਲਤਾਪੂਰਵਕ ਟੈਸਟ। ਆਈ ਹੋਪ ਗਾइस ਤੁਹਾਨੂੰ ਵੀਡੀਓ ਸਮਝ ਲੱਗ ਗਈ ਹੋਵੇਗੀ। ਠੀਕ ਹੈ, ਸੋ ਆਪਾਂ ਨੇ ਦੇਖੋ ਜੋ ਪਿਛਲੀ ਕਰੰਟ ਅਫੇਅਰ ਸੀ ਉਸ ਦਾ ਟੈਸਟ ਵੀ ਲਗਾ ਲਿਆ ਤੇ ਅੱਜ ਦੀ ਕਰੰਟ ਅਫੇਅਰ ਦੀ ਡਿਟੇਲ ਵੀਡੀਓ ਵੀ ਵੇਖ ਲਈ। ਜੇਕਰ ਵੀਡੀਓ ਵਧੀਆ ਲੱਗੀ ਹੈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ। ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਸੋ ਤਾਂ ਜੋ ਤੁਹਾਨੂੰ ਇਹੋ ਜਿਹੀ ਵੀਡੀਓ ਦੀ ਅਪਡੇਟ ਹੈ ਜੋ ਸਮੇਂ ਦੇ ਉੱਪਰ ਮਿਲਦੀ ਰਹੇ ਤੇ ਤੁਹਾਡੇ ਲਈ ਹੋਰ ਅਸੀਂ ਐਫਰਟ ਕਰ ਰਹੇ ਹਾਂ ਤੁਹਾਡੇ ਲਈ ਬਿਹਤਰ ਵੀਡੀਓ ਲਿਆਉਣ ਦੀ। ਠੀਕ ਹੈ, ਸੋ ਐਵੇਂ ਚੈਨਲ ਨੂੰ ਪਿਆਰ ਦਿੰਦੇ ਰਹੋ। ਠੀਕ ਹੈ, ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਿਨੇਮਾ ਸਟੱਡੀਜ਼ ਗਰੁੱਪ ਨੇ ਤੇ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕ ਯੂ, ਥੈਂਕਸ ਫॉर ਵਾਚਿੰਗ।